ਤੇ ਸਮਾਂ ਬਖਸ਼ਿਆ ਕਿ ਅਸੀਂ ਸਾਰੇ ਰਲ ਮਿਲ ਕੇ ਪ੍ਰਭੂ ਦੀ ਆਰਾਧਨਾ ਦੇ ਵਿੱਚ ਅਸੀਂ ਇਕੱਠੇ ਹੋ ਸਕੀਏ। ਬੀਤੇ ਰੋਜ਼ੇ ਔਰ ਪ੍ਰਾਰਥਨਾ ਦੇ ਦੌਰਾਨ ਪਰਮੇਸ਼ਰ ਨੇ ਸਾਨੂੰ ਬਹੁਤ ਆਸ਼ੀਸ਼ ਦਿਆ, ਉਸ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਰੋਜ਼ ਪ੍ਰਤੀ ਦਿਨ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਅਸੀਂ ਸੁਣ ਰਹੇ ਸਾਂ, ਅਲੱਗ-ਅਲੱਗ ਤਰੀਕੇ ਦੇ ਨਾਲ ਵਚਨਾਂ ਦੇ ਵਸੀਲੇ, ਸੇਵਕਾਂ ਦੇ ਵਸੀਲੇ, ਨਬੀਆਂ ਦੇ ਵਸੀਲੇ ਅਸੀਂ ਵਚਨ ਨੂੰ ਸੁਣ ਰਹੇ ਸਾਂ। ਸੋ ਪਰਮੇਸ਼ਰ ਸਾਡੇ ਨਾਲ ਗੱਲਾਂ ਕਰਦਾ ਹੈ। ਹਾਲੇਲੂਇਆ, ਹਾਲੇਲੂਇਆ। ਜੀਵਨਾਂ ਨੂੰ ਬਦਲਦਾ ਹੈ। ਪਿਛਲੇ ਹਫਤੇ ਵੀ ਅਸੀਂ ਬਹੁਤ ਔਰ ਗਵਾਹੀਆਂ ਨੂੰ ਅਸੀਂ ਸੁਣਿਆ, ਔਰ ਸੈਕਿੰਡ ਸੈਸ਼ਨ ਦੇ ਵਿੱਚ ਵੀ ਅਸੀਂ ਗਵਾਹੀਆਂ ਨੂੰ ਸੁਣ ਰਹੇ ਸੀ ਕਿ ਇੱਕ ਪਰਿਵਾਰ ਔਰ ਜਿਸ ਨੂੰ ਕੋਈ ਔਲਾਦ ਨਹੀਂ ਸੀ, ਔਰ ਮੇਰੇ ਖਿਆਲ 'ਚ ਜੇ ਮੈਂ ਸਹੀ ਹਾਂ ਤੇ 8-9 ਸਾਲ ਸ਼ਾਦੀ ਦੇ ਹੋਏ, 7 ਮੇਰੇ ਖਿਆਲ 'ਚ ਕੇਸ ਡਿਲੀਵਰੀ ਦੇ ਕੇਸ ਖਰਾਬ ਹੋ ਗਏ ਉਸ ਭੈਣ ਦੇ, ਔਰ ਬਹੁਤ ਪਰੇਸ਼ਾਨ ਸੀ। ਲੇਕਿਨ ਉਹ ਪ੍ਰਭੂ ਦੇ ਘਰ ਦੇ ਵਿੱਚ ਆਏ, ਕਿਸੇ ਨੇ ਉਹਨਾਂ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਦੱਸਿਆ। ਪਿੰਡ ਰਾਮਪੁਰ ਤੋਂ ਨੇ, ਖਡੂਰ ਸਾਹਿਬ ਰਾਮਪੁਰ ਤੋਂ, ਕਿਸੇ ਨੇ ਉਸ ਨੂੰ ਪ੍ਰਭੂ ਦੇ ਬਾਰੇ ਦੱਸਿਆ। ਪ੍ਰਭੂ ਦੇ ਘਰ ਦੇ ਵਿੱਚ ਆਏ, ਔਰ ਜਦੋਂ ਆਏ ਤਾਂ ਜੁੜਵਾ ਬੱਚਿਆਂ ਨੂੰ ਲੈ ਕੇ ਆਏ। ਹਾਲੇਲੂਇਆ। ਸੋ ਪਰਮੇਸ਼ਰ ਬੜੇ ਵੱਡੇ ਕੰਮ ਕਰਦਾ ਹੈ, ਬਹੁਤ ਵੱਡੇ ਕੰਮ ਕਰਦਾ। ਸੋ ਇਹ ਪਰਮੇਸ਼ਰ ਦਾ ਧੰਨਵਾਦ ਹੋਣੇ ਪਾਏ। ਹਾਲੇਲੂਇਆ, ਹਾਲੇਲੂਇਆ। ਸੋ ਇਹ ਗਵਾਹੀਆਂ ਜੋ ਹੁੰਦੀਆਂ ਨੇ, ਇਹ ਸਾਡੇ ਈਮਾਨ ਨੂੰ, ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਦੀਆਂ ਨੇ। ਇਸ ਤਰ੍ਹਾਂ ਮਜ਼ਬੂਤ ਕਰਦੀਆਂ ਨੇ ਕਿ ਜੇਕਰ ਖੁਦਾ ਤੁਸੀਂ ਉਹਨਾਂ ਦੇ ਨਾਲ ਕੰਮ ਕਰ ਸਕਦੇ ਹੋ ਤੇ ਖੁਦਾ ਸਾਡੇ ਨਾਲ ਵੀ ਕੰਮ ਕਰ ਸਕਦਾ, ਸਾਡੇ ਪਰਿਵਾਰ ਦੇ ਵਿੱਚ ਵੀ ਕੰਮ ਕਰ ਸਕਦੇ ਹੋ, ਸਾਡੇ ਨਾਲ ਵੀ ਕੰਮ ਕਰ ਸਕਦੇ ਹੋ। ਮਸੀਹ ਦੇ ਬਿਨਾਂ ਕੁਝ ਵੀ ਨਹੀਂ ਹੈ। ਯੀਸ਼ੂ ਮਸੀਹ ਹੈ ਤਾਂ ਸਭ ਕੁਝ ਹੈ। ਸੋ ਅੱਜ ਅਸੀਂ ਵਚਨ ਨੂੰ ਪੜਾਂਗੇ ਐਫਸੀਆਂ ਦੀ ਪੱਤਰੀ 2 ਅਧਿਆਇ ਔਰ ਉਸ ਦੀ 12 ਆਇਤ ਨੂੰ ਅਸੀਂ ਪੜਾਂਗੇ। ਲੈਟ ਅਸ ਰੀਡ the epistle of Ephesians chapter 2 verse 12। एफिसियां ਦੀ ਪੱਤਰੀ 2 ਬਾਬ ਔਰ ਉਸ ਦੀ 12 ਆਇਤ ਨੂੰ ਅਸੀਂ ਪੜਾਂਗੇ। ਪੜੋ। ਨਾਲੇ ਤੁਸੀਂ ਉਸ ਸਮੇਂ ਮਸੀਹ ਤੋਂ ਅੱਡ ਇਸਰਾਇਲ ਦੀ ਪਾਸੇ ਤੋਂ ਨਿਆਰੇ ਕੀਤੇ ਹੋਏ ਬਚਨਾਂ ਦੇ ਨੇਮ ਤੋਂ ਬਾਹਰ ਆਸ਼ਾਹੀਨ ਅਤੇ ਜਗਤ ਵਿੱਚ ਪਰਮੇਸ਼ਰ ਤੋਂ ਰਹਿਤ ਸੋ। ਬਸ ਅੱਜ ਮੈਂ ਵਚਨ ਸੁਣਾਵਾਂਗਾ ਮਸੀਹ ਤੋਂ ਬਗੈਰ, ਜਾਂ ਇੰਗਲਿਸ਼ ਦੇ ਵਿੱਚ ਹੈ ਵਿਦਾਊਟ ਕ੍ਰਾਈਸਟ। that is the title of my sermon, without Christ। ਮਸੀਹ ਕੇ ਬਿਨਾ। ਅਸੀਂ ਐਫਸੀਆਂ ਦੀ ਪੱਤਰੀ 2 ਬਾਬ 12 ਚ ਅਸੀਂ ਪੜਿਆ, ਉਸ ਵੇਲੇ ਤੁਸੀਂ ਮਸੀਹ ਤੋਂ ਅਲੱਗ ਸੀ ਜਾਂ ਮਸੀਹ ਤੋਂ ਅੱਡ ਸੀ। ਇੰਗਲਿਸ਼ ਦੇ ਵਿੱਚ ਹੈ you were without Christ, ਤੁਸੀਂ ਮਸੀਹ ਤੋਂ ਬਿਨਾ ਸੀ। ਮੇਰੇ ਪਿਆਰੇ ਅਸੀਸੋ, ਜੇਕਰ ਸਾਡਾ ਪੈਸਾ ਗਵਾਚ ਜਾਏ ਤਾਂ ਅਸੀਂ ਸੋਚਦੇ ਬਹੁਤ ਮਾੜਾ ਹੋਇਆ। ਜੇਕਰ ਸਾਡੀ ਤੰਦਰੁਸਤੀ ਖਰਾਬ ਹੋ ਜਾਏ, ਸਿਹਤ ਖਰਾਬ ਹੋ ਜਾਏ, ਤੰਦਰੁਸਤੀ ਚਲੀ ਜਾਏ, ਅਸੀਂ ਕਹਿੰਦੇ ਬਹੁਤ ਮਾੜਾ ਹੋਇਆ। ਜੇ ਘਰ ਬਰਬਾਦ ਹੋ ਜਾਏ, ਅਸੀਂ ਕਹਿੰਦੇ ਬਹੁਤ ਮਾੜਾ ਹੋਇਆ। ਜੇ ਮਿੱਤਰ ਚਲੇ ਜਾਣ, ਰਿਸ਼ਤੇਦਾਰ ਦੂਰ ਚਲੇ ਜਾਣ, ਤਾਂ ਅਸੀਂ ਕਹਿੰਦੇ ਬਹੁਤ ਮਾੜਾ ਹੋਇਆ। ਕਿਸੇ ਦੀ ਮ੍ਰਿਤੂ ਹੋ ਜਾਏ, ਅਸੀਂ ਕਹਿੰਦੇ ਬਹੁਤ ਦੁੱਖ ਹੋਇਆ, ਬਹੁਤ ਮਾੜਾ ਹੋਇਆ। ਲੇਕਿਨ ਕੀ ਕਦੀ ਤੁਸੀਂ ਸੋਚਿਆ ਜੇ ਮਸੀਹ ਨਹੀਂ ਹੈ ਤੇ ਮਾੜਾ ਹੁੰਦਾ ਹੈ ਜਾਂ ਚੰਗਾ ਹੁੰਦਾ ਹੈ? ਬਹੁਤ ਹੀ ਜ਼ਿਆਦਾ ਮਾੜਾ ਹੈ। ਜਿਹਦੇ ਜੀਵਨ ਦੇ ਵਿੱਚ ਯੀਸ਼ੂ ਮਸੀਹ ਨਹੀਂ, his life is worse than anything। ਜੇਕਰ ਯੀਸ਼ੂ ਮਸੀਹ ਨਹੀਂ ਤਾਂ ਉਹਦਾ ਜੀਵਨ ਸਭ ਤੋਂ ਬਿਹਤਰ ਉਹਦਾ ਹੀ ਜੀਵਨ ਹੈ। ਮੇਰੇ ਪਿਆਰੇ ਜੀਸੋ, ਪਵਿੱਤਰ ਵਚਨ ਚੋਂ ਅੱਜ ਅਸੀਂ 3-4 ਗੱਲਾਂ ਨੂੰ ਅਸੀਂ ਦੇਖਾਂਗੇ। ਮਸੀਹ ਤੋਂ ਬਗੈਰ ਵਿਅਕਤੀ ਦਾ ਕੀ ਹਾਲ ਹੈ ਜਾਂ ਕੀ ਹੈ। A man without Christ is when he or she has no knowledge of him। ਇੱਕ ਵਿਅਕਤੀ ਤਦ ਮਸੀਹ ਤੋਂ ਅੱਡ ਹੁੰਦਾ ਹੈ ਜਦ ਉਸ ਨੂੰ ਮਸੀਹ ਦਾ ਕੋਈ ਗਿਆਨ ਨਹੀਂ ਹੈ। ਕੋਈ ਗਿਆਨ ਨਹੀਂ। ਮਸੀਹ ਤੋਂ ਬਗੈਰ ਦਾ ਮਤਲਬ ਹੈ ਮਸੀਹ ਦਾ ਕੋਈ ਗਿਆਨ ਹੈ ਹੀ ਨਹੀਂ। ਅੱਜ ਇਸ ਦੁਨੀਆ ਦੇ ਵਿੱਚ, ਬਾਹਰ ਜਗਤ ਵਿੱਚ ਵੀ ਔਰ ਮਸੀਹ ਜਗਤ ਦੇ ਅੰਦਰ ਵੀ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਮਸੀਹ ਦੇ ਬਾਰੇ ਕੁਝ ਵੀ ਗਿਆਨ ਨਹੀਂ ਹੈ। ਮਸੀਹ ਪਰਿਵਾਰ 'ਚ ਜਨਮ ਲਿਆ ਹੈ, ਲੇਕਿਨ ਮਸੀਹ ਦਾ ਕੋਈ ਗਿਆਨ ਉਹਨਾਂ ਨੂੰ ਨਹੀਂ ਹੈ। ਮਸੀਹ ਦੇ ਵਚਨ ਦਾ ਕੋਈ ਗਿਆਨ ਨਹੀਂ ਹੈ। ਮਸੀਹ ਨੂੰ ਸਾਖਸ਼ਾਤ ਰੂਪ ਦੇ ਨਾਲ, ਤਜਰਬੇ ਦੇ ਨਾਲ ਗ੍ਰਹਿਣ ਕਰਨ ਦਾ ਕੋਈ ਅਰਥ ਨਹੀਂ ਹੈ, ਕੋਈ ਗਿਆਨ ਨਹੀਂ ਹੈ। ਇਹ ਕੌਣ ਨੇ? ਇਹ ਉਹ ਲੋਕ ਨੇ ਜਿਨ੍ਹਾਂ ਦੇ ਕੋਲ ਯੀਸ਼ੂ ਮਸੀਹ ਹੈ ਹੀ ਨਹੀਂ। ਆइए ਅਸੀਂ ਪੜਾਂਗੇ ਯਹੂਨਾ ਦੀ ਅੰਜੀਲ 17 ਅਧਿਆਇ ਔਰ ਉਸ ਦੀ 3 ਆਇਤ ਨੂੰ ਪੜਾਂਗੇ। The Gospel of John chapter 17 verse 3। ਯਹੂਨਾ 17 ਦੀ 3 ਆਇਤ ਨੂੰ ਪੜੋ। और अनंत जीवन यह है कि वे तुझ एकमात्र सच्चे परमेश्वर को और यीशु मसीह को जिसे तूने भेजा है जाने। बस 17 अध्याय
यूहन्ना दी इंजील 17 अध्याय यीशु मसीह दी महायाजकीय प्रार्थना है। यीशु मसीह अपने स्वर्गीय पिता जी अगे प्रार्थना कर रहे ने और वो कह रहे ने कि प्रभु जी, पिता जी, तुसी और अपने पुत्र की महिमा कर कि पुत्र भी तेरी महिमा करे, क्योंकि तूने उसको सब प्राणियों पर अधिकार दिया कि जिन्हें तूने उसको दिया है उन सबको वह अनंत जीवन दे। तीसरी आयत, और अनंत जीवन ये है कि वे तुझ एकमात्र सच्चे परमेश्वर को और यीशु मसीह को जिसे तूने भेजा है जाने। यीशु मसीह नु और स्वर्गीय पिता नु वो जान सकन। हालेलुया। यीशु मसीह नु जब तक कोई व्यक्ति जानता नहीं वो अधूरा है, वो मसीह तो दूर है, मसीह तो अड है, मसीह तो अलग है, इज विदाउट क्राइस्ट। मेरे प्यारे अजीजों, परमेश्वर नु जानना, परमेश्वर दे बारे जानना दोनों अलग अलग चीज है। देयर इज अ बिग डिफरेंस बिटवीन नोइंग अबाउट जीसस एंड नोइंग जीसस। यीशु मसीह दे बारे जानना और यीशु नु जानन दे विच बहुत वड्डा की है अंतर है। बहुत सारे लोग सारी उम्र यीशु मसीह दे बारे जानते ने पर यीशु मसीह नु जानते ही नहीं है। पिछले दिनों ਦੇ ਵਿੱਚ ਸਾਡੇ एक बेटे ने एक वीडियो पाया, बहुत अच्छा ਮੈਨੂੰ लगा। उसने उदाहरण, एक सेवक उदाहरण दे रहा ਸੀ। ਉਹ कह रहा ਸੀ कि एक टीचर ਸੀ और अपनी क्लास ਦੇ ਵਿੱਚ यीशु मसीह ਨੂੰ तुच्छ जान रहा ਸੀ और कह रहा ਸੀ कि यीशु मसीह है नहीं, यीशु मसीह है नहीं और उसके बारे बुरियां गल्लां कर रहा ਸੀ। तो उस क्लास ਵਿੱਚ एक स्टूडेंट ਸੀ, उस स्टूडेंट ने एक एप्पल लिया, एक सेब लिया और टीचर के सामने एक बाइट ली, एक चखिया और उसने कहा, उसने टीचर ने पूछा, टीचर मैंने दसो ये सेब किस तरह का है। उसने कहा, बेटे खा तू रहे हैं और स्वाद मेरे को पूछ रहे हैं। उसने फिर दूसरा उसने बाइट लिया, उसने फिर पूछा, टीचर ये दसो ये सेब किस तरह का है। उसने फिर कहा, तू मैंने बेवकूफ़ बना रहा है, खा तू रहा, स्वाद मेरे को पूछ रहा है। उसने सारा सेब खा लिया। उसने कहा बस इसी तरह ही है, जब तक तुम यीशु मसीह को जाने नहीं तुसी किवें कह सकते हो कि यीशु मसीह बुरा है। इसलिए बच्चे चले क्या चखो ता देखो कि यहोवा कितना भला है। हालेलुया। जब तक असी प्रभु यीशु मसीह नु जानते नहीं, जब तक असी प्रभु यीशु मसीह दे बारे ज्ञान नहीं रखते, उन्नी देर तक असी मसीह तो बिना हाँ। हालेलुया। पढ़ांगे दूसरा थिस्सलुनीकियों पहला अध्याय और उसकी 8 आयत पढ़ांगे। सेकंड थिस्सलुनियंस चैप्टर 1 वर्स 8। दूसरा थिस्सलुनीकियों पहले दी 8 आयत से पढ़िए। और जो परमेश्वर को नहीं पहचानते और हमारे प्रभु यीशु के सुसमाचार को नहीं मानते उनसे पलटा लेगा। बस लिखा, और जो परमेश्वर को नहीं पहचानते और हमारे प्रभु यीशु के सुसमाचार को नहीं मानते उनसे पलटा लेगा। इसका अर्थ क्या है? परमेश्वर नु ना पहचानन वाले लोग वो लोग ने जेड़े मसीह तो बगैर ने। हालेलुया। मेरे प्यारे अजीजों, इस समय दे विच कोई भी ऐसा जन ना होवे जेड़ा कहे कि मैं मसीह नू जानता नहीं हूँ या मैं मसीह तो बगैर हाँ। असी मसीह नू जानन वाले लोग बनिए। हालेलुया। मसीह दे बारे अधूरा ज्ञान कदे भी ना रखिए। इंग्लिश दे विच कहावत है, लिटिल नॉलेज इज अ डेंजरस थिंग। थोड़ा जा ज्ञान, अधूरा ज्ञान बहुत खतरनाक चीज है। जैसे अधूरा ज्ञान रखते हाँ, थोड़ा ज्ञान रखते हाँ, वो बिल्कुल बहुत खतरनाक चीज है। मेरे प्यारे अजीजों, परमेश्वर दे बारे जानना, परमेश्वर नू चखना सब तो उत्तम गल है। हालेलुया। हालेलुया। To have Christ and to know not only about him but to know him is the beautiful experience of you and me। मेरे प्यारे चीजों, परमेश्वर नू जानना, परमेश्वर दे बारे, यीशु मसीह नू जानना, यीशु मसीह दे बारे ही नहीं, इसलिए पवित्र वचन नू पढ़ना बहुत जरूरी है, पवित्र वचन नू सुनना बहुत जरूरी है, ताकि असी परमेश्वर दे बारे जानन वाले ना बनिए, ताकि असी परमेश्वर नू जानन वाले बनिए। हालेलुया। मसीह तो बगैर कौन है? Who is without Christ? Without Christ is a person who does not, who cannot see the work of the Holy Spirit in one's life। पवित्र आत्मा दे काम जिहदे जीवन दे विच नहीं है, वो व्यक्ति है जिहदे जीवन दे अंदर मसीह नहीं है। मेरे प्यारे अजीजों, प्रभु यीशु मसीह ने जान में लेके कहा, मैं जा रहा हाँ लेकिन तुहाडे लई एक सहायक नू की करांगा, कल्ला एक सहायक नू भेजांगा। और वो सहायक कौन है? पवित्र आत्मा है। हालेलुया। हालेलुया। पढ़ांगे मत्ती दी अंजील 18 अध्याय और उसका 3 आयत को पढ़े। मैथ्यू चैप्टर 18 वर्स 3। मत्ती दी अंजील 18 दी 3 आयत ਨੂੰ ਪੜੀਏ। ਅਤੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਗੂ ਨਾ ਬਣੋ
ਤਾਂ ਸਵਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ। लिखिया, मैं तुमसे सच कहता हूं कि जब तक तुम ना फिरो और बालकों के समान ना बनो, तुम स्वर्ग के राज्य में प्रवेश करने नहीं पाओगे। पवित्र आत्मा दे काम दो तरीके दे नाल हुंदा है। एक, पवित्र आत्मा एक व्यक्ति ਨੂੰ, ਇੱਕ ਪਾਪੀ ਗੁਨਾਹਗਾਰ ਨੂੰ ਤੋਬਾ ਕਰਨ ਦੇ ਲਈ ਪ੍ਰੇਰਨਾ ਕਰਦਾ ਹੈ। That is the reason, ਇਸ ਲਈ ਇੱਕ ਵਿਅਕਤੀ ਜਦ ਤੋਬਾ ਕਰਦਾ ਹੈ, ਪਛਤਾਵਾ ਕਰਦਾ, ਉਸ ਦਾ ਦਿਲ ਟੁੱਟਦਾ ਹੈ, ਉਹ ਕਿਸੇ ਇਨਸਾਨ ਦੇ ਕੰਮਾਂ ਦੇ ਨਾਲ ਨਹੀਂ ਹੁੰਦਾ, ਪਰੰਤੂ ਪਵਿੱਤਰ ਆਤਮਾ ਉਸ ਦੇ ਦਿਲ ਨੂੰ ਕੀ ਕਰਦਾ ਹੈ? ਤੋੜਦਾ ਹੈ। प्यारे अजीजो, पवित्र आत्मा का कम जरूरी नहीं है कि एक सेवक दे वचन सुनाने दे नाल हुंदा है। नो, ऐसा नहीं है। एक आम व्यक्ति भी जब किसी ਨੂੰ सुसमाचार भी सुनाए, परमेश्वर उस दे वसीले भी अपने आत्मा दे काम ਨੂੰ ਕੀ ਕਰ ਸਕਦਾ ਹੈ? ਕਰ ਸਕਦਾ ਹੈ। ਕਿਸੇ ਦੇ ਵੀ ਦਿਲ ਨੂੰ ਕਾਇਲ ਕਰ ਸਕਦਾ ਹੈ। ਕਿਸੇ ਦੇ ਦਿਲ ਦੇ ਅੰਦਰ ਪਵਿੱਤਰ ਆਤਮਾ ਕਾਇਲ ਕਰੇਗਾ ਕਿ ਮੈਂ ਤੋਬਾ ਕਰਨਾ ਹੈ, ਮੈਂ ਇੱਕ ਪਾਪੀ ਵਿਅਕਤੀ ਹਾਂ। ਹਾਲੇਲੂਇਆ। ਸੋ ਜਦ ਪਵਿੱਤਰ ਆਤਮਾ ਕਿਸੇ ਨੂੰ ਕਾਇਲ ਕਰਦਾ ਹੈ, ਉਸ ਗੱਲ ਤੋਂ ਪਤਾ ਲੱਗਦਾ ਹੈ ਇਹ ਮਸੀਹ ਤੋਂ ਬਗੈਰ ਨਹੀਂ, ਇਹ ਮਸੀਹ ਦੇ ਨਾਲ ਹੈ। ਹਾਲੇਲੂਇਆ, ਹਾਲੇਲੂਇਆ। ਪਵਿੱਤਰ ਆਤਮਾ ਦੇ ਕੰਮ ਸਾਡੇ ਜੀਵਨ ਦੇ ਵਿੱਚ ਹੁੰਦੇ ਨੇ। ਮੈਂ ਕਈ ਐਸੇ ਗਵਾਹੀਆਂ ਸੁਣੀਆਂ ਨੇ ਔਰ ਖੁਦ ਵੀ ਦੇਖਿਆ ਹੈ, ਔਰ ਖੁਦ ਵੀ ਸੁਣਿਆ, ਦੇਖਿਆ ਔਰ ਸਮਝਿਆ। ਖੁਦ ਵੀ ਐਕਸਪੀਰੀਅੰਸ ਹੈ ਕਿ ਪਵਿੱਤਰ ਆਤਮਾ ਸਾਨੂੰ ਕਈ ਗੱਲਾਂ ਦੇ ਵਿੱਚ ਸਾਨੂੰ ਸੁਚੇਤ ਕਰਾਉਂਦਾ ਹੈ, ਸਾਡੀ ਅਗਵਾਈ ਕਰਾਉਂਦਾ ਹੈ, ਸਾਨੂੰ ਸਹੀ ਰਸਤਾ ਵੀ ਦਿਖਾਉਂਦਾ ਹੈ। ਇੱਧਰ ਜਾਣਾ, ਇੱਧਰ ਨਹੀਂ ਜਾਣਾ, ਇਹ ਕੰਮ ਕਰਨਾ, ਇਹ ਕੰਮ ਨਹੀਂ ਕਰਨਾ। ਪਵਿੱਤਰ ਆਤਮਾ ਸਾਡੇ ਅੰਦਰ ਸਾਨੂੰ ਅਗਵਾਈ ਕਰਦਾ ਹੈ। ਹਾਲੇਲੂਇਆ। ਜੋ ਪਵਿੱਤਰ ਆਤਮਾ ਸਾਡੇ ਅੰਦਰ ਕੰਮ ਕਰਦਾ ਹੈ, ਸਾਨੂੰ ਪਤਾ ਲੱਗਦਾ ਹੈ ਯੀਸ਼ੂ ਮਸੀਹ ਮੇਰੇ ਨਾਲ ਹੈ। ਹਾਲੇਲੂਇਆ। ਵਿਦਆਊਟ ਕ੍ਰਾਈਸਟ is a person who does not see the work of the Holy Spirit in one's life. ਪਵਿੱਤਰ ਆਤਮਾ ਸਾਡਾ ਸਹਾਇਕ ਹੈ। ਉਹ ਪਰਮੇਸ਼ਵਰ ਦੇ ਵੱਲੋਂ ਭੇਜਿਆ ਹੋਇਆ ਸਾਡਾ ਸਹਾਇਕ, ਸਦਾ ਸਾਡੇ ਅੰਗ ਸੰਗ ਰਹਿੰਦਾ ਹੈ। ਤੀਸਰੀ ਗੱਲ, ਕੌਣ ਵਿਅਕਤੀ ਹੈ ਜੋ ਪਵਿੱਤਰ ਆਤਮਾ ਜੋ ਮਸੀਹ ਦੇ ਬਗੈਰ ਹੈ? ਮਸੀਹ ਦੇ ਬਗੈਰ ਦਾ ਅਰਥ ਹੈ ਬਿਨਾ ਸ਼ਾਂਤੀ ਦੇ। ਵਿਦਆਊਟ ਕ੍ਰਾਈਸਟ ਇਜ਼ ਇਕੁਅਲ ਟੂ ਵਿਦਆਊਟ ਪੀਸ। ਉਹ ਵਿਅਕਤੀ ਜਿਹਦੇ ਦਿਲ ਦੇ ਅੰਦਰ ਸ਼ਾਂਤੀ ਨਹੀਂ, ਉਹਦਾ ਮਤਲਬ ਹੈ उसके कोल यीशु मसीह नहीं है। यीशु मसीह ने की किया? यीशु मसीह ने कहा, मत्ती दी इंजील 28 ਦੀ ਆਇਤ ਵਿੱਚ ਲਿਖਿਆ, मैं जगत ਦੇ ਅੰਤ ਤੱਕ ਤੁਹਾਡੇ ਬੋਲੋ, मैं जगत ਦੇ ਅੰਤ ਤੱਕ ਤੁਹਾਡੇ ਕੀਆਂ ਨਾਲ ਹਾਂ। ਹਾਲੇਲੂਇਆ। ਪੜਾਂਗੇ ਨਹਿਮੀਆ ਦੀ ਕਿਤਾਬ 8 ਅਧਿਆਇ 8 ਤੋਂ ਲੈ ਕੇ 12 ਆਇਤ ਤੱਕ ਅਸੀਂ ਪੜਾਂਗੇ। ਦ ਬੁੱਕ ਆਫ ਨਹਿਮੀਆ ਚੈਪਟਰ 8 from verse 8 to 12। ਨਹਿਮੀਆ 8 ਬਾਬ और उसकी 8 ਤੋਂ 12 ਆਇਤ ਨੂੰ ਪੜੋ। उन्होंने परमेश्वर की व्यवस्था की पुस्तक से पढ़कर अर्थ समझा दिया और लोगों ने पाठ को समझ लिया। हाँ जी। तब नहम्याह जो अधिपति था और एज्रा जो याजक और शास्त्री था और जो लेवी लोगों को समझा रहे थे, उन्होंने सब लोगों से कहा, आज का दिन तुम्हारे परमेश्वर यहोवा के लिए पवित्र है। इसलिए विलाप ना करो और ना रो। क्योंकि सब लोग व्यवस्था के वचन सुनकर रोते रहे। फिर उसने उनसे कहा, जाकर चिकना चिकना भोजन करो और मीठा मीठा रस पियो, और जिनके लिए कुछ तैयार नहीं हुआ उनके पास भोजन सामग्री भेजो, क्योंकि आज का दिन हमारे प्रभु के लिए पवित्र है। और उदास मत रहो, क्योंकि यहोवा का आनंद तुम्हारा दृढ़ गढ़ है। यूं लेवियों ने सब लोगों को यह कहकर चुप करा दिया, चुप रहो, क्योंकि आज का दिन पवित्र है, और उदास मत रहो। तब सब लोग खाने पीने, भोजन सामग्री भेजने और बड़ा आनंद मनाने को चले गए, क्योंकि जो वचन उनको समझाए गए थे उन्होंने वे समझ गए थे। हालेलुया। नहम्याह दी किताब, कल मैं इस वचन तो सुबह सुनाया सी। नहम्याह दी किताब, नहम्याह दी एक बहुत बड़ी कहानी है। नहम्याह जिसने शहर पनाह नूं बनाउण दा यतन कीता और उस नाल लोग जुड़े, लेकिन उस वेले हालात अच्छे नहीं सन। तीसरी यात्रा वापस कर रहे ने यरूशलेम दे वल और इजरायली लोग आ रहे ने, हालात अच्छे नहीं सन। असंभव काम सी। 52 ਦਿਨਾਂ ਦੇ ਵਿੱਚ ਸ਼ਹਿਰ ਪਨਾਹ ਬਣਾਉਣਾ, ਦੀਵਾਰ ਬਣਾਉਣਾ ਕੋਈ ਆਸਾਨ ਕੰਮ ਨਹੀਂ ਸੀ, ਲੇਕਿਨ ਉਹਨੇ ਦੀਵਾਰ ਨੂੰ ਬਣਾਇਆ। ਔਰ ਵਚਨ ਦੇ ਵਿੱਚ ਲਿਖਿਆ, ਜੇਕਰ ਤੁਸੀਂ 8 ਅਧਿਆਇ ਸ਼ੁਰੂ ਤੋਂ ਪੜੋਗੇ, ਸਵੇਰ ਤੋਂ ਲੈ ਕੇ ਦੁਪਹਿਰ ਤੱਕ ਲੋਕਾਂ ਨੇ ਖੁਦ ਕਿਹਾ ਸਾਡੇ ਲਈ ਵਚਨ ਪੜਿਆ ਜਾਏ, और 6 घंटे खड़े रहे, वचन सुनते रहे। और जब वचन सुन रहे सन, वो वचन उन्होंने दिलों के नाल गलबात किया और वो रोन लग पे। जब रोन लग पे, पश्चाताप करन लग पे, तब वचन दे विच लिखिया, नहम्याह और एजरा और लेवी याजकां ने कहा, रोना नहीं, हुण रोन की कोई लोड़ नहीं, जाके चिकना चिकना भोजन करो, मीठा मीठा रस पियो,
ਆਨੰਦ ਕਰੋ ਕਿਉਂਕਿ ਯਹੋਵਾ ਦਾ ਆਨੰਦ ਜਿਹੜਾ ਹੈ ਉਹ ਦ੍ਰਿੜ ਗੜ ਹੈ। The joy of the Lord is your strength। ਇਸ ਪ੍ਰਕਾਰ ਨਾਲ ਲਿਖਿਆ, ਔਰ ਵਚਨ ਦੇ ਵਿੱਚ ਇਸ ਪ੍ਰਕਾਰ ਨਾਲ ਲਿਖਿਆ, ਵਚਨ ਨੂੰ ਸਮਝਣ ਵਾਲੇ ਘਰ ਗਏ ਔਰ ਵਚਨ ਸਮਝਣ ਵਾਲਿਆਂ ਨੇ ਗਏ ਔਰ ਬੜਾ ਆਨੰਦ ਮਨਾਉਂਦੇ ਹੋਏ ਚਲੇ ਗਏ और उन्होंने खाया पिया भोजन सामग्री भेजने वालों को दिया और बड़ा आनंद किया। ਇਹਦਾ अर्थ की सी, जिन्हों ने वचन ਨੂੰ ਸਮਝਿਆ, ਪੜਿਆ, ਦਿਲ ਦੇ ਵਿੱਚ ਲਿਆ, ਉਹਨਾਂ ਦਾ ਰੋਣਾ ਖੁਸ਼ੀ ਦੇ ਵਿੱਚ ਬਦਲ ਗਿਆ। ਹਾਲੇਲੂਇਆ। ਖੁਸ਼ੀ ਦੇ ਵਿੱਚ ਕੀ ਹੋ ਗਿਆ? ਬਦਲ ਗਿਆ। ਸੋ ਜਦ ਅਸੀਂ ਮਸੀਹ ਤੋਂ ਬਗੈਰ ਹਾਂ ਸਾਡਾ ਜੀਵਨ ਰੋਣੇ ਦੇ ਵਿੱਚ ਹੈ, ਲੇਕਿਨ ਜਦ ਅਸੀਂ ਮਸੀਹ ਦੇ ਵਿੱਚ ਆਨੇ ਹਾਂ, ਵਚਨ ਸਮਝਦੇ ਹਾਂ, ਮਸੀਹ ਦੇ ਵਿੱਚ ਹੁੰਦੇ ਹੋਏ ਅਸੀਂ ਇਸ ਗੱਲ ਨੂੰ ਜਾਣਦੇ ਹਾਂ, ਹਾਲਾਤ ਕੈਸੇ ਵੀ ਹੋਣ ਤੇ ਵੀ ਪ੍ਰਭੂ ਦੇ ਵੱਲੋਂ ਸਾਨੂੰ ਇੱਕ ਬਹੁਤ ਵੱਡੀ ਸ਼ਾਂਤੀ ਸਾਡੇ ਦਿਲਾਂ ਦੇ ਅੰਦਰ ਹੈ। ਹਾਲੇਲੂਇਆ। ਅਸੀਂ ਇਸ ਗੱਲ ਨੂੰ ਵਿਸ਼ਵਾਸ ਕਰਦੇ ਹਾਂ, ਮੇਰਾ ਛੁਟਕਾਰਾ ਦੇਣ ਵਾਲਾ ਕੀ ਹੈ? ਜੀਵਿਤ ਹੈ। ਹਾਲੇਲੂਇਆ। ਅਸੀਂ ਹਾਲਾਤ ਨੂੰ ਦੇਖ ਕੇ ਨਹੀਂ ਚੱਲਦੇ, ਪਰ ਪਰਮੇਸ਼ਰ ਦੇ ਵੱਲੋਂ ਜਿਹੜੀ ਵੱਡੀ ਸ਼ਾਂਤੀ ਔਰ ਸਲਾਮਤੀ ਸਾਡੇ ਦਿਲਾਂ ਦੇ ਵਿੱਚ ਬੈਠੀ ਹੈ, ਉਸ ਦੇ ਅਨੁਸਾਰ ਅਸੀਂ ਕੀ ਕਰਦੇ ਹਾਂ? ਜੀਨੇ ਹਾਂ। ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਭੈਣ ਰਾਜ ਨੇ ਵੀ ਗਵਾਹੀ ਦੱਸਿਆ ਔਰ ਭੈਣ ਪਰਮਜੀਤ ਜੋ ਛਾਟੇ ਤੋਂ ਆਉਂਦੇ ਸਨ, ਇਹ ਗੀਤ ਹਮੇਸ਼ਾ ਗਾਉਂਦੇ ਸਨ, ਸਾਨੂੰ ਮੌਤ ਦੀ ਨਾ ਰਤਾ ਪਰਵਾਹ, ਯਹੋਵਾ ਸਾਡੇ ਨਾਲ ਆ। ਉਹ ਅੱਗੇ ਬੈਠ ਕੇ ਇਸ ਰੋਜ਼ਿਆਂ ਦੇ ਦੌਰਾਨ ਮੇਰੇ ਖਿਆਲ 'ਚ ਪਹਿਲੇ ਹਫਤੇ ਵੀ ਜਦੋਂ ਆਏ ਜਾਂ ਦੂਸਰੇ ਹਫਤੇ ਆਏ, ਉਹਨਾਂ ਨੇ ਇਹੀ ਗੀਤ ਗਾ, ਜ਼ਿਆਦਾਤਰ ਉਹ ਇਹੀ ਗੀਤ ਗਾਉਂਦੇ ਸਨ, ਸਾਨੂੰ ਮੌਤ ਦੀ ਨਾ ਰਤਾ ਪਰਵਾਹ, ਯਹੋਵਾ ਸਾਡੇ ਨਾਲ। ਯਹੋਵਾ ਸਾਡੇ ਨਾਲ ਨਾਲ ਹੈ। ਕਿੰਨੀ ਸ਼ਾਂਤੀ ਹੈ, ਕਿੰਨੀ ਸਲਾਮਤੀ ਉਹਨਾਂ ਦੇ ਦਿਲ ਦੇ ਅੰਦਰ ਸੀ। ਸ਼ਾਇਦ ਉਹ ਗੀਤ ਉਹਨਾਂ ਨੂੰ ਵੀ ਨਹੀਂ ਪਤਾ ਕਿ ਮੇਰੇ ਦਿਨ ਥੋੜੇ ਰਹਿ ਗਏ ਨੇ, ਲੇਕਿਨ ਇੱਕ ਨਬੂਵਤ ਦੇ ਨਾਲ ਹੀ ਇੱਕ ਭਵਿੱਖਬਾਣੀ ਕਰਦੇ ਹੋਏ ਗੀਤ ਨੂੰ ਗਾ ਰਹੇ ਸੀ, ਮੈਨੂੰ ਮੌਤ ਦੀ ਨਾ ਰਤਾ ਪਰਵਾਹ, ਯਹੋਵਾ ਸਾਡੇ ਨਾਲ ਨਾਲ ਹੈ। ਹਾਲੇਲੂਇਆ। ਮਸੀਹਾਂ ਨੂੰ ਇਹੀ ਤਾਂ ਸ਼ਾਂਤੀ ਹੈ, ਮਸੀਹਾਂ ਨੂੰ ਇਹੀ ਤਾਂ ਸਲਾਮਤੀ ਹੈ। ਅੱਜ ਨਹੀਂ ਤਾਂ ਕੱਲ कैसे भी हालात क्यों ना आ जाए, लेकिन सानू पता है इस दुनिया दे विच भी, इस दुनिया तो बाद भी परमेश्वर साडे नाल नाल है। हालेलुया। मसीह दे विच हां तो सानू शांति है, मसीह तो बगैर हां शांति नहीं, भटकना है। मसीह तो बगैर हां अशांत मन है, बेचैनी है। ज़बूर 119 की 165 आयत विच लिखा, यहोवा दे व्यवस्था, यहोवा के व्यवस्था के प्रेमियों को बड़ा चैन है और उनको किसी बात की ठोकर नहीं लगती। ਜ਼ਬੂਰ 119 ਦੀ 165 ਆਇਤ ਵਿੱਚ ਲਿਖਿਆ ਕਿ ਯਹੋਵਾ ਦੇ ਪ੍ਰੇਮੀਆਂ ਨੂੰ ਵੱਡਾ ਕੀ ਹੈ? ਯਹੋਵਾ ਦੇ ਵਿਵਸਥਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ। ਆਈਏ ਅਸੀਂ ਇਸ ਆਇਤ ਨੂੰ ਪਿੱਛੇ ਪਿੱਛੇ ਬੋਲਾਂਗੇ। ਜ਼ਬੂਰ 119 ਉਹਦੀ 165 ਆਇਤ, ਸਾਮਸ 119 वर्स 165 पढ़ो बेटे। तेरी व्यवस्था से प्रीति रखने वालों को, तेरी व्यवस्था से प्रीति रखने वालों को बड़ी शांति होती है, बड़ी शांति होती है, और उनको कुछ ठोकर, और उनको कुछ ठोकर नहीं लगती, नहीं लगती। हालेलुया। परमेश्वर दे व्यवस्था दे प्रेमियां ਨੂੰ ਇੱਕ ਵੱਡਾ ਕੀ ਹੈ? ਇੱਕ ਵੱਡਾ ਚੈਨ ਹੈ। ਵੱਡਾ ਕੀ ਹੈ? ਚੈਨ। ਔਰ ਉਹਨਾਂ ਨੂੰ ਕਿਸੇ ਗੱਲ ਤੋਂ ਠੋਕਰ ਨਹੀਂ। ਹਾਲੇਲੂਇਆ। ਮਸੀਹ ਦੇ ਨਾਲ ਹਾਂ, ਮਸੀਹ ਦੇ ਵਿੱਚ ਹਾਂ ਤਾਂ ਸਾਨੂੰ ਸ਼ਾਂਤੀ ਹੈ। ਪ੍ਰਭੂ ਦੀ ਸੰਗਤੀ ਦੇ ਵਿੱਚ ਹਾਂ ਤਾਂ ਸਾਨੂੰ ਸ਼ਾਂਤੀ ਹੈ। ਪ੍ਰਭੂ ਦੀ ਹਜ਼ੂਰੀ ਦੇ ਵਿੱਚ ਹਾਂ ਤਾਂ ਸਾਨੂੰ ਚੈਨ ਹੈ। ਪ੍ਰਭੂ ਦੀ ਹਜ਼ੂਰੀ ਤੋਂ ਬਾਹਰ ਆ ਬੇਚੈਨੀ ਹੈ। ਪ੍ਰਭੂ ਦੀ ਸੰਗਤੀ ਤੋਂ ਬਾਹਰ ਆ ਮਨ ਅਸ਼ਾਂਤ ਹੈ, ਮਨ ਘਬਰਾ ਜਾਂਦਾ ਹੈ। ਲੇਕਿਨ ਜਦ ਅਸੀਂ ਪ੍ਰਭੂ ਦੇ ਚਰਨਾਂ ਦੇ ਵਿੱਚ ਆਉਂਦੇ ਹਾਂ, ਸੰਗਤੀ ਦੇ ਵਿੱਚ ਆਉਂਦੇ ਹਾਂ, ਵਚਨ ਸਾਡੇ ਨਾਲ ਗੱਲਾਂ ਕਰਦਾ ਹੈ, ਸਾਨੂੰ ਪ੍ਰਭੂ ਦੇ ਵੱਲੋਂ ਇੱਕ ਸ਼ਾਂਤੀ ਮਿਲਦੀ ਹੈ। ਹਾਲੇਲੂਇਆ। ਹਾਲੇਲੂਇਆ। ਵਿਦਆਊਟ ਕ੍ਰਾਈਸਟ देयर इज नो पीस, but with Christ there is peace and there is hope as well। ਪਹਿਲਾ ਪਤਰਸ 3 ਦੀ 15 ਆਇਤ ਨੂੰ ਵੀ ਪੜੋ। ਪਹਿਲਾ ਪਤਰਸ 3 ਦੀ 15 ਆਇਤ ਨੂੰ ਵੀ ਪੜ੍ਹੀਏ। 1 ਪੀਟਰ 3 verse 15। पर मसीह को प्रभु जानकर अपने अपने मन में पवित्र समझो, पर मसीह को प्रभु जानकर अपने अपने मन में पवित्र समझो। जो कोई तुमसे तुम्हारी आशा के विषय में कुछ पूछे, जो कोई तुमसे तुम्हारी आशा के विषय में कुछ पूछे, उसे उत्तर देने के लिए सर्वदा तैयार रहो, उसे उत्तर देने के लिए सर्वदा तैयार रहो, पर नम्रता और भय के साथ। हालेलुया। लिखा, जो कोई ਤੁਹਾਨੂੰ ਉਸ ਮੁਬਾਰਕ ਆਸ ਦੇ ਵਿਸ਼ੇ ਕੁਝ ਵੀ ਪੁੱਛੇ, ਉਸ ਨੂੰ ਉੱਤਰ ਦੇਣ ਦੇ ਲਈ ਸਰਵਦਾ ਕੀ ਰਹੋ? ਤਿਆਰ। ਇਸ ਦਾ ਮਤਲਬ ਮਸੀਹ ਦੇ ਵਿੱਚ ਹਾਂ ਸਾਨੂੰ ਆਸ਼ਾ ਹੈ, ਮਸੀਹ ਤੋਂ ਬਗੈਰ ਸਾਨੂੰ ਕੋਈ ਵੀ ਆਸ ਨਹੀਂ ਹੈ। ਜਿਸ ਪ੍ਰਕਾਰ ਨਾਲ ਨੂਹ ਨਬੀ ਦੇ ਲਈ ਉਹ ਕਿਸ਼ਤੀ ਜਹਾਜ਼ ਸੀ, ਤਿਵੇਂ ਹੀ ਸਾਡੇ ਜੀਵਨ ਦੇ ਲਈ ਡੁੱਬਦੇ ਹੋਏ ਹੜ੍ਹ ਦੇ ਵਿੱਚ ਵੀ ਸਾਡੀ ਬੇੜੀ ਯਿਸੂ ਮਸੀਹ ਹੈ। ਹਾਲੇਲੂਇਆ। ਜਿਵੇਂ ਕਿ ਇਜ਼ਰਾਈਲੀਆਂ ਦੇ ਲਈ
ਫਸਹ ਦਾ ਪਰਬ ਮਨਾਉਣ ਦੇ ਲਈ ਫਸਹ ਦਾ ਮੇਮਨਾ ਸੀ, ਜਿਸ ਦੇ ਨਾਲ ਹੀ ਉਸ ਨੂੰ ਛੁਟਕਾਰਾ ਮਿਲਣਾ ਸੀ। ਤਿਵੇਂ ਹੀ ਫਸਹ ਦਾ ਮੇਮਨਾ ਪ੍ਰਭੂ ਯੀਸ਼ੂ ਮਸੀਹ ਹੈ। ਜਿਵੇਂ ਕਿ ਮਰੂਭੂਮੀ ਦੇ ਵਿੱਚ, ਉਜਾੜ ਦੇ ਵਿੱਚ ਪਰਮੇਸ਼ਵਰ ਸਵਰਗੀ ਮੰਨਾ ਉਹਨਾਂ ਨੂੰ ਖਿਲਾਉਂਦਾ ਸੀ, ਸਾਡਾ ਸਵਰਗੀ ਮੰਨਾ ਪ੍ਰਭੂ ਯੀਸ਼ੂ ਮਸੀਹ ਹੈ। ਜਿਵੇਂ ਕਿ ਜਦੋਂ ਪਾਣੀ ਦੀ ਘਾਟ ਹੋਈ ਔਰ ਪੱਥਰ ਦੇ ਵਿੱਚੋਂ, ਚਟਾਨ ਚੋਂ ਪਾਣੀ ਨਿਕਾਲਿਆ, ਤਿਵੇਂ ਹੀ ਅੱਜ ਦੇ ਸਮੇਂ ਦੇ ਵਿੱਚ ਵੀ ਸਾਡੇ ਲਈ ਪਾਣੀ ਦਾ ਚਟਾਨ ਪ੍ਰਭੂ ਯੀਸ਼ੂ ਮਸੀਹ ਹੈ। ਜਿਵੇਂ ਕਿ ਉਜਾੜ ਦੇ ਵਿੱਚ ਦਿਨ ਦੇ ਵੇਲੇ ਬੱਦਲ ਦਾ ਖੰਭਾ, ਰਾਤ ਦੇ ਵੇਲੇ ਅਗਨੀ ਦਾ ਖੰਭਾ ਬਣ ਕੇ ਅਗਵਾਈ ਪਰਮੇਸ਼ਵਰ ਕਰਦਾ ਸੀ, ਤਿਵੇਂ ਹੀ ਉਹ ਅਗਨੀ ਦਾ ਖੰਭਾ ਔਰ ਬੱਦਲ ਦਾ ਖੰਭਾ ਪ੍ਰਭੂ ਯੀਸ਼ੂ ਮਸੀਹ ਸਾਡੀ ਅਗਵਾਈ ਕਰਦਾ ਹੈ। ਹਾਲੇਲੂਇਆ। ਯੀਸ਼ੂ ਹੈ ਤਾਂ ਸਭ ਕੁਝ ਹੈ, ਜੇ ਯੀਸ਼ੂ ਨਹੀਂ ਤਾਂ ਕੁਝ ਵੀ ਨਹੀਂ। ਮਸੀਹ ਦੇ ਬਿਨਾ ਦਾ ਅਰਥ ਹੈ ਉਸਦਾ ਕੋਈ ਗਿਆਨ ਤੁਹਾਨੂੰ ਨਹੀਂ ਮਿਲਿਆ। ਜੇ ਤੁਹਾਡਾ ਜੀਵਨ ਮਸੀਹ ਦੇ ਬਗੈਰ ਹੈ, ਉਹਦਾ ਅਰਥ ਹੈ ਪਵਿੱਤਰ ਆਤਮਾ ਨੇ ਹੁਣ ਤੱਕ ਤੁਹਾਡੇ ਜੀਵਨ ਦੇ ਵਿੱਚ ਕੰਮ ਨਹੀਂ ਕੀਤਾ। ਜੇ ਤੁਸੀਂ ਮਸੀਹ ਦੇ ਬਗੈਰ ਹੋ ਤਾਂ ਤੁਸੀਂ ਅਸ਼ਾਂਤ ਹੋ। ਜੇ ਮਸੀਹ ਦੇ ਬਗੈਰ ਹੋ ਤੁਹਾਨੂੰ ਕੋਈ ਆਸ਼ਾ ਨਹੀਂ। ਜੇਕਰ ਤੁਸੀਂ ਆਸ਼ਾ, ਸ਼ਾਂਤੀ ਔਰ ਉਸਦੇ ਗਿਆਨ ਨੂੰ, ਪਵਿੱਤਰ ਆਤਮਾ ਦੇ ਕੰਮਾਂ ਨੂੰ ਦੇਖਣਾ ਚਾਹੁੰਦੇ ਹੋ, ਆइए ਅਸੀਂ ਫੈਸਲਾ ਕਰੀਏ ਮਸੀਹ ਤੋਂ ਬਗੈਰ ਨਹੀਂ, ਮਸੀਹ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਗੁਜ਼ਾਰੀਏ। ਸਾਰੇ ਆਪਣੀ ਅੱਖਾਂ ਨੂੰ ਬੰਦ ਕਰਾਂਗੇ। Let us pray। आइए ਅਸੀਂ प्रार्थना करिए, आइए ਅਸੀਂ प्रार्थना करिए। मसीह के पहचान में बढ़े। प्रभु यीशु मसीह से कहें, प्रभु आपके बगैर नहीं, आपके साथ ही। प्रभु जी ਅਸੀਂ ਤੇਰੀ ਪਹਿਚਾਨ ਦੇ ਵਿੱਚ, ਤੇਰੇ ਗਿਆਨ ਦੇ ਵਿੱਚ ਵਧਦੇ ਜਾਈਏ। ਪ੍ਰਭੂ ਜੀ ਸਾਡੀ ਮਦਦ ਕਰੋ, ਪਵਿੱਤਰ ਆਤਮਾ ਸਾਡੇ ਦਿਲਾਂ ਦੇ ਵਿੱਚ ਕੰਮ ਕਰਨੇ ਪਾਏ। ਯੀਸ਼ੂ ਤੂੰ ਹੈ ਤਾਂ ਸਾਡੇ ਜੀਵਨ ਦੇ ਵਿੱਚ ਸ਼ਾਂਤੀ ਹੈ। ਮਸੀਹ ਦੇ ਬਗੈਰ ਕੋਈ ਸ਼ਾਂਤੀ ਨਹੀਂ, ਮਸੀਹ ਦੇ ਬਗੈਰ ਕੋਈ ਚੈਨ ਨਹੀਂ, ਮਸੀਹ ਦੇ ਬਗੈਰ ਕੋਈ ਆਸ਼ਾ ਵੀ ਨਹੀਂ। ਹਾਲੇਲੂਇਆ। ਅਸੀਂ ਇੱਕ ਮੁਬਾਰਕ ਆਸ ਦੇ ਨਾਲ जीने हाँ। इस धन्य मुबारक आशा के साथ हम अपने बकाया जीवन में भय और भक्ति में गुजारे। हमारे स्वर्गीय पिता, हम आपका धन्यवाद करते हैं आज के इस आराधना के दिन, सुबह के समय पहले सेशन में आप हमें लेकर आए, इसके लिए धन्यवाद। दूर से नजदीक से आपने अपने प्रियजनों को इकट्ठा किया, तेरा धन्यवाद। मसीह के बगैर ये जीवन कुछ भी नहीं है। मसीह है तो सब कुछ है, मसीह है तो दिल में चैन है, यीशु मसीह है तो धन्य आशा है, यीशु मसीह है तो पवित्र आत्मा के कार्य हमारे दिलों में है। सचमुच तेरा वचन कहता, परख कर देखो कि यहोवा कैसा भला है। हमने तुझे परखा है, हमने तेरे कामों को देखा है और इस बात को जाना है कि प्रभु तेरे बिना कुछ भी नहीं है। जिस प्रकार से यूहन्ना 15 में लिखा है, जो डाली तुझ में बनी रहेगी वो फलवंत होगी। तुझसे जुदा होके हम कुछ भी नहीं कर सकते, तुझसे जुदा होके हम कुछ भी नहीं कर सकते। हमारी सहायता करो, हम तुझ में बने रहें और आप भी हम में बने रहो। धन्यवाद करते हैं, धन्यवाद करते, दूर से नजदीक से लोगों को लेकर आए, तेरा धन्यवाद। बकाया समाप्त के हाथ में सौंपते यीशु मसीह के नाम से, हालेलुया।